ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जस लहर में ओधद, जल केवल जल माही। जब हम होते तब तू नाही, अब तू ही मैं नाही। अनल अगम जैसे लहर में ओधद, जल केवल जल माही। माधवे क्या कहिए भ्रम ऐसा, जैसा मानिए होए न तैसा। रहाउ नरपत एक सिंहासन सोया, सुपने पया भिखारी। अछत राज विचरत दुख पाया, सोगत पही हमारी। राज भयंग प्रसंग जैसे हैं, अब कछ मरम जनाया। अनेक कटक जैसे फूल परे, अब कहते कहन न आया। सर्वे एक अनेक स्वामी, सब कट भुगवै सोई। कह रविदास हाथ पैनेरे, सहजे होए सो होई। सर्वे एक अनेक स्वामी, सब कट भुगवै सोई। कह रविदास हाथ पैनेरे, सहजे होए सो होई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਨੇ ਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਗੁਰੂ ਗੋਦ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਪਾਵਨ ਮੁੱਖ ਵਾਕ ਸੋਰਠ ਰਾਗ ਦੇ ਵਿੱਚ ਬਾਣੀ ਭਗਤ ਰਵਿਦਾਸ ਜੀ ਦੀ ਸਿਰਲੇਖ ਹੇਠ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਪਾਵਨ ਅੰਕ 657 ਉੱਤੇ ਦਰਗਾਹੀ ਬੋਲ ਦਰਜ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ। ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ। ਸਤਿਗੁਰ ਦੀ ਕਿਰਪਾ ਰਾਹੀਂ ਇਹੋ ਜਿਹੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੋ ਸਰਵ ਵਿਆਪਕ ਹੈ। ਸਤਿਗੁਰੂ ਜੀ ਸ਼ਬਦ ਦੇ ਕੇਂਦਰੀ ਭਾਵ ਰਾਹੀਂ ਸਮਝਾ ਰਹੇ ਨੇ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਰਹਾਓ। ਮਾਧਵੇ ਦਾ ਅਰਥ ਹੈ ਹੇ ਮਾਇਆ ਦੇ ਪਤੀ ਪਰਮਾਤਮਾ। ਕਿਆ ਦਾ ਅਰਥ ਹੈ ਕੀ, ਕਹੀਏ ਦਾ ਅਰਥ ਹੈ ਆਖੀਏ। ਭ੍ਰਮ ਐਸਾ ਕੀ ਆਖੀਏ ਕਿ ਜਿਹੜਾ ਭਟਕਣਾ ਹੈ, ਭ੍ਰਮ ਹੈ, ਉਹ ਕਿਹੋ ਜਿਹਾ ਹੈ। ਭਾਵ ਕਿ ਜੈਸਾ ਮਾਨੀਏ, ਜਿਹੋ ਜਿਹਾ ਅਸੀਂ ਜੀਵ ਮੰਨੀ ਬੈਠੇ ਹਾਂ, ਹੋਏ ਨਾ ਤੈਸਾ। ਇਹ ਭਟਕਣਾ ਜਾਂ ਭਰਮ ਉੱਦਾਂ ਦਾ ਨਹੀਂ ਹੈ। ਅਸੀਂ ਸਮਝੀ ਬੈਠੇ ਹਾਂ ਕਿ ਹੇ ਪ੍ਰਭੂ, ਅਸੀਂ ਜੀਵ ਤੇਰੇ ਨਾਲੋਂ ਵੱਖਰੀ ਹਸਤੀ ਦੇ ਰੂਪ ਵਿੱਚ ਹਾਂ,
ਤੂੰ ਵੱਖਰਾ ਹੈ। ਪਰ ਇਸ ਤਰ੍ਹਾਂ ਦਾ ਜੋ ਭਰਮ ਅਸੀਂ ਜੀਵ ਮੰਨੀ ਬੈਠੇ ਹਾਂ, ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਪ੍ਰਭੂ ਇਸ ਤਰ੍ਹਾਂ ਦਾ ਭਰਮ ਨਹੀਂ ਹੈ। ਪਹਿਲੇ ਪਦੇ ਵਿੱਚ ਆਖ ਰਹੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ। ਆਖਣ ਲੱਗੇ, ਹੇ ਭਾਈ, ਜਿੰਨਾ ਚਿਰ ਅਸਾਂ ਜੀਵਾਂ ਦੇ ਵਿੱਚ ਹਉਮੈ ਰਹਿੰਦੀ ਹੈ, ਤਬ ਤੂੰ ਨਾਹੀਂ, ਉਤਨਾ ਚਿਰ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਪ੍ਰਥਕ ਤੌਰ ਤੋਂ ਪ੍ਰਗਟ ਨਹੀਂ ਹੁੰਦਾ। ਤੇ ਅਬ ਤੂੰ ਹੀ ਮੈਂ ਨਾਹੀਂ, ਹੇ ਪ੍ਰਮਾਤਮਾ, ਤੂੰ ਹੁਣ ਪ੍ਰਥਕ ਤੌਰ ਤੋਂ ਪ੍ਰਗਟ ਹੋ ਗਿਆ ਤੇ ਮੇਰੇ ਵਿੱਚ ਹਉਮੈ ਜਿਹੜੀ ਹੈ ਉਹ ਨਹੀਂ ਰਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਤੂਫਾਨ ਆਉਂਦਾ ਹੈ, ਸਮੁੰਦਰ ਲਹਿਰਾਂ ਦੇ ਨਾਲ ਨਕੋ ਨਕ ਭਰ ਜਾਂਦਾ ਹੈ, ਔਰ ਇੱਕ ਭਰਮ ਖੜਾ ਹੋ ਜਾਂਦਾ ਹੈ ਕਿ ਸ਼ਾਇਦ ਇਹ ਲਹਿਰਾਂ ਵੱਖਰੀਆਂ ਨੇ, ਸਮੁੰਦਰ ਵੱਖਰਾ ਹੈ। ਪਰ ਜਦੋਂ ਉਹ ਸ਼ਾਂਤ ਹੁੰਦਾ ਹੈ, ਫਿਰ ਜਲ ਹੀ ਜਲ ਨਜ਼ਰ ਆਉਂਦਾ ਹੈ, ਸਮੁੰਦਰ ਹੀ ਸਮੁੰਦਰ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਹੀ ਹੈ ਪ੍ਰਮਾਤਮਾ, ਇਹ ਸੰਸਾਰ ਦਾ ਜੋ ਵਿਕਾਸ ਹੈ ਇਹ ਸਭ ਤੇਰੇ ਵਿੱਚੋਂ ਹੈ। ਭਾਵੇਂ ਸੰਸਾਰ ਵੱਖਰਾ ਲੱਗ ਰਿਹਾ ਹੈ, ਪਰ ਇਹ ਸੱਚ ਹੈ ਕਿ ਜਦ ਜਿਵੇਂ ਲਹਿਰਾਂ ਸ਼ਾਂਤ ਹੋਈਆਂ, ਸਮੁੰਦਰ ਹੀ ਸਮੁੰਦਰ, ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ, ਇਸ ਤਰ੍ਹਾਂ ਹੀ ਜਦੋਂ ਹਉਮੈ ਸ਼ਾਂਤ ਹੋ ਗਈ, ਫਿਰ ਤੂੰ ਹੀ ਤੂੰ ਨਜ਼ਰ ਆਵੇਂਗਾ ਵੀ ਇਹ ਸਾਰਾ ਪੁਸਾਰਾ ਤੇਰਾ ਹੀ ਹੈ। ਅਗਲੇ ਪਦੇ ਵਿੱਚ ਆਖ ਰਹੇ ਨੇ ਗੁਰਦੇਵ ਪਿਤਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਆਖਣ ਲੱਗੇ, ਰਾਜਾ ਸੁਪਨੇ ਦੇ ਵਿੱਚ ਭਿਖਾਰੀ ਹੋ ਗਿਆ, ਰਾਜ ਤਖਤ 'ਤੇ ਬੈਠਾ ਸੀ। ਨੀਂਦ ਆਈ, ਨੀਂਦ ਵਿੱਚ ਸੁਪਨਾ ਆਇਆ। ਸੁਪਨੇ ਵਿੱਚ ਕੀ ਵੇਖਦਾ ਹੈ ਕਿ ਮੇਰਾ ਰਾਜ ਪਾਟ ਚਲਾ ਗਿਆ, ਮੇਰੀ ਸੁੱਖ ਸੁਵਿਧਾਵਾਂ ਸਹੂਲਤਾਂ ਸਾਰੀਆਂ ਖਤਮ ਹੋ ਗਈਆਂ। ਅਤੇ ਸੁਪਨੇ ਵਿੱਚ ਜਦੋਂ ਭਿਖਾਰੀ ਬਣ ਗਿਆ, ਦਰ ਦਰ 'ਤੇ ਜਾ ਕੇ ਮੰਗ ਰਿਹਾ, ਅਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਮਨੁੱਖ ਬੜਾ ਦੁਖੀ ਹੋਇਆ। ਰਾਜਾ ਬਹੁਤ ਦੁਖੀ ਹੋਇਆ ਕਿ ਕਿਤੇ ਮੈਂ ਰਾਜਾ ਹੁੰਦਾ ਸੀ ਅਤੇ ਹੁਣ ਮੈਂ ਭਿਖਾਰੀ ਬਣ ਗਿਆ। ਹੈ ਭਾਵੇਂ ਉਹ ਰਾਜਾ ਹੀ ਸੀ, ਪਰ ਸੁਪਨੇ ਵਿੱਚ ਦੇਖ ਰਿਹਾ ਸੀ ਕਿ ਮੈਂ ਭਿਖਾਰੀ ਬਣ ਗਿਆ। ਆਖਣ ਲੱਗੇ, ਇਸ ਤਰ੍ਹਾਂ ਦੀ ਹਾਲਤ ਹੈ ਸਾਡੀ ਜੀਵਾਂ ਦੀ। ਅਛਤ ਰਾਜ ਵਿਚਰਤ ਦੁਖ ਪਾਇਆ, ਸੋਗਤ ਪਹੀ ਹਮਾਰੀ। ਰਾਜ ਦੇ ਹੁੰਦਿਆਂ ਸੁਣਿਆ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਵੇਂ ਰਾਜਾ ਦੁਖੀ ਹੋਇਆ ਵੀ ਮੇਰੇ ਕੋਲੋਂ ਰਾਜ ਪਾਟ ਖੁੰਝ ਗਿਆ, ਮੈਂ ਭਿਖਾਰੀ ਬਣ ਗਿਆ ਹਾਂ, ਇਸ ਤਰ੍ਹਾਂ ਹੀ ਕਹਿੰਦੇ ਪਰਮਾਤਮਾ ਦੇ ਹੁੰਦਿਆਂ ਸੁਣਿਆ ਸਾਡੀ ਜੀਵਾਂ ਦੀ ਹਾਲਤ ਹੈ। ਸਾਡੀ ਹਾਲਤ ਵੀ ਐਸੀ ਹੈ ਕਿ ਅਸੀਂ ਰੱਬ ਨਾਲੋਂ ਟੁੱਟੇ ਹੋਏ ਹਾਂ। ਰੱਬ ਦੇ ਹੁੰਦਿਆਂ ਸੁਣਦਿਆਂ ਵੀ ਅਸੀਂ ਦੁਖੀ ਹਾਂ, ਜੋ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ। ਔਰ ਦੇਖੋ, ਅਸੀਂ ਕਈ ਵਾਰੀ ਕਿਤਨੇ ਦੁਖੀ ਹੋ ਜਾਂਦੇ ਨੇ, ਸਾਡੇ ਬੱਚੇ ਕਿਵੇਂ ਪਲਣਗੇ, ਸਾਡਾ ਕੀ ਹੋਏਗਾ, ਸਾਡੇ ਪਰਿਵਾਰ ਦਾ ਕੀ ਬਣੇਗਾ, ਸਾਡਾ ਕੀ ਬਣੇਗਾ। ਪਰ ਇਹ ਸਭ ਕੁਝ ਕਰਨ ਵਾਲਾ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਨਾ। ਕਿਉਂਕਿ ਉਸ ਰੱਬ ਦੇ ਹੁੰਦਿਆਂ ਸੁਣਦਿਆਂ ਅਸੀਂ ਦੁਖੀ ਹੋ ਰਹੇ ਹਾਂ। ਜਿਵੇਂ ਰਾਜ ਪਾਟ ਦੇ ਹੁੰਦਿਆਂ ਸੁਣਦਿਆਂ ਰਾਜਾ ਦੁਖੀ ਹੋਇਆ ਸੁਪਨੇ ਦੇ ਅੰਦਰ। ਫਿਰ ਮਹਾਰਾਜ ਕਹਿੰਦੇ ਨੇ, ਰਾਜ ਭਯੰਗ ਪ੍ਰਸੰਗ ਜੈਸੇ ਹੈ। ਇੱਕ ਕਹਾਵਤ ਚਲੀ ਆ ਰਹੀ ਹੈ, ਇੱਕ ਪ੍ਰਸੰਗ ਤੁਰਿਆ ਆ ਰਿਹਾ ਹੈ। ਰਾਜ ਦਾ ਅਰਥ ਹੈ ਰੱਸੀ। ਕਿ ਮਨੁੱਖ ਕਈ ਵਾਰੀ ਰੱਸੀ ਨੂੰ ਦੇਖਦਾ ਹੈ ਅਤੇ ਸਮਝਦਾ ਹੈ ਕਿ ਸੱਪ ਹੈ, ਭੁਲੇਖਾ ਖਾ ਜਾਂਦਾ ਹੈ, ਡਰ ਜਾਂਦਾ ਹੈ। ਅਤੇ ਕਈ ਵਾਰੀ ਸੱਪ ਨੂੰ ਵੇਖਦਾ ਹੈ ਅਤੇ ਲੱਗਦਾ ਵੀ ਇਹ ਰੱਸੀ ਹੈ, ਉਹ ਰੱਸੀ ਸਮਝ ਕੇ ਹੱਥ ਪਾ ਲੈਂਦਾ ਹੈ, ਫਿਰ ਵੀ ਦੁਖੀ ਹੁੰਦਾ ਹੈ। ਆਓ ਕਿ ਸੰਸਾਰ ਦੇ ਵਿੱਚ ਮਨੁੱਖ ਭਰਮਾਂ ਦੇ ਵਿੱਚ ਹੈ। ਕਈ ਵਾਰੀ ਰੱਸੀ ਨੂੰ ਸੱਪ ਸਮਝ ਲੈਂਦਾ ਹੈ, ਡਰ ਜਾਂਦਾ ਹੈ, ਔਰ ਕਈ ਵਾਰੀ ਸੱਪ ਨੂੰ ਰੱਸੀ ਸਮਝ ਕੇ ਹੱਥ ਪਾ ਲੈਂਦਾ ਹੈ। ਇਹ ਮਨੁੱਖ ਦੀ ਹਾਲਤ ਹੈ। ਭਾਵ ਕਿ ਅਸਲੀਅਤ ਤੋਂ ਮਨੁੱਖ ਜਾਣੂ ਨਹੀਂ ਹੈ। ਭਗਤ ਰਵਿਦਾਸ ਜੀ ਕਹਿੰਦੇ, ਪਰ ਅਬ ਕਛ ਮਰਮ ਜਨਾਇਆ, ਪਰ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ, ਮੈਨੂੰ ਹੁਣ ਇਹ ਜਿਹੜਾ ਭੇਦ ਸੀ ਨਾ, ਇਹ ਜਣਾ ਦਿੱਤਾ ਹੈ, ਰੱਸੀ ਵਾਲਾ ਅਤੇ ਸੱਪ ਵਾਲਾ। ਭਾਵ ਕਿ ਇਸ ਸੰਸਾਰ ਦੀ ਅਸਲੀਅਤ ਤੋਂ ਜਾਣੂ ਕਰਾ ਦਿੱਤਾ ਹੈ। ਅਨੇਕ ਕਟਕ ਜੈਸੇ ਭੂਲ ਭਰੇ, ਅਬ ਕਹਿਤੇ ਕਹਿਣ ਨਾ ਆਇਆ। ਜਿਵੇਂ ਕਿ ਅਨੇਕਾਂ ਘੜੇ ਦੇਖ ਕੇ ਮਨੁੱਖ ਭੁੱਲ ਜਾਏ, ਅਨੇਕਾਂ ਗਹਿਣੇ ਵੇਖ ਕੇ ਭੁੱਲ ਜਾਏ ਕਿ ਇਹ ਸੋਨਾ ਵੱਖਰਾ ਹੈ, ਇਹ ਸੋਨਾ ਵੱਖਰਾ ਹੈ। ਪਰ ਅਸਲ ਦੇ ਵਿੱਚ ਉਹ ਜਿਹੜੇ ਵੀ ਗਹਿਣੇ ਨੇ, ਉਹਨਾਂ ਗਹਿਣਾਂ ਦਾ ਜੋ ਵਿਕਾਸ ਹੈ ਉਹ ਸੋਨੇ ਵਿੱਚੋਂ ਹੀ ਹੈ। ਸੋਨੇ ਵਿੱਚੋਂ ਕੋਈ ਵੀ ਚੀਜ਼ ਬਣਾਈ ਜਾ ਸਕਦੀ ਹੈ। ਇਸ ਤਰ੍ਹਾਂ ਇਹ ਸੰਸਾਰ ਦਾ ਵਿਕਾਸ ਜਿਹੜਾ ਉਹ ਪਰਮਾਤਮਾ ਤੋਂ ਹੀ ਹੈ, ਵਾਹਿਗੁਰੂ ਤੋਂ ਹੀ ਹੈ। ਵੱਖ ਵੱਖ ਕਿਸਮ ਦੇ ਜਿਹੜੇ ਇਹ ਭਾਂਡੇ ਬਣੇ ਨੇ, ਗਹਿਣੇ ਬਣੇ ਨੇ, ਇਹ ਸਭ ਵਾਹਿਗੁਰੂ ਵਿੱਚੋਂ ਹੀ ਨੇ।
ਤੇ ਅਬ ਕਹਿਤੇ ਕਹਿਣ ਨਾ ਆਇਆ। ਹੁਣ ਪਾਓ ਕਿ ਇਹ ਗੱਲ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਪਾਓ ਸਮਝ ਵਿੱਚ ਤਾਂ ਆ ਗਈ ਹੈ, ਪਰ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਸ ਸੋਨੇ ਵਿੱਚੋਂ ਹੀ ਅਨੇਕਾਂ ਕੜੇ ਜਾਂ ਹੋਰ ਵੱਖ-ਵੱਖ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ, ਪਰ ਅੰਤ ਹੈ ਤਾਂ ਉਹ ਸੋਨਾ ਹੀ ਹੈ। ਫਿਰ ਕਹਿਣ ਲੱਗੇ ਚੌਥੇ ਪਦੇ ਦੇ ਅੰਦਰ ਭਗਤ ਰਵਿਦਾਸ ਜੀ, ਇਸ ਸਰਵੇ ਏਕ ਅਨੇਕਾ ਸੁਆਮੀ, ਸਾਰਿਆਂ ਦੇ ਵਿੱਚ ਅਨੇਕਤਾ ਵਿੱਚ ਉਹ ਅਕਾਲ ਪੁਰਖ ਇੱਕੋ ਹੀ ਹੈ। ਸੁਆਮੀ ਮਾਲਕ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ ਹੈ, ਆਓ ਕਿ ਅਨੇਕਤਾ ਵਿੱਚ ਉਹ ਇੱਕ ਹੀ ਹੈ, ਸਾਰਿਆਂ 'ਚ ਇੱਕ ਹੀ ਸਮਾਇਆ ਹੋਇਆ। ਸਭ ਘਟ ਭੋਗਵਾ ਸੋਈ, ਸਾਰੇ ਘਟਾਂ ਵਿੱਚ ਉਹੀ ਭੋਗ ਰਿਹਾ ਹੈ। ਵਾਹਿਗੁਰੂ ਹੀ ਵਰਤ ਰਿਹਾ ਹੈ, ਪਰਮੇਸ਼ਰ ਹੀ ਵਰਤ ਰਿਹਾ ਹੈ। ਤੇ ਕਹਿ ਰਵਿਦਾਸ ਹਾਥ ਭੰਨੇ ਰਹਿ, ਭਗਤ ਰਵਿਦਾਸ ਜੀ ਆਖ ਰਹੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹੱਥ ਨਾਲੋਂ ਵੀ ਨੇੜੇ ਹੈ। ਸਹਿਜੇ ਹੋਏ ਸੋ ਹੋਈ। ਸਹਿਜੇ ਦਾ ਅਰਥ ਹੈ ਆਤਮਿਕ ਅਡੋਲਤਾ ਦਾ ਰੂਪ ਹੋ ਕੇ, ਆਤਮਿਕ ਅਡੋਲਤਾ ਵਿੱਚ ਟਿਕ ਕੇ, ਸਹਿਜ ਦਾ ਧਾਰਨੀ ਹੋ ਕੇ ਹੀ ਇਹ ਗੱਲ ਜਿਹੜੀ ਹੈ ਉਹ ਸਮਝ ਆ ਸਕਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਹੱਥ ਨਾਲੋਂ ਵੀ ਨੇੜੇ ਹੈ। ਇਸ ਤਰ੍ਹਾਂ ਅੱਜ ਦੇ ਪਾਵਨ ਮੁੱਖ ਵਾਕ ਰਾਹੀਂ ਗੁਰੂ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ। ਇਹ ਪਾਵਨ ਗਿਆਨ ਸਬਕ ਸਾਡੀ ਝੋਲੀ 'ਚ ਪਾਇਆ ਕਿ ਇਹ ਜਿਹੜਾ ਵਿਕਾਸ ਹੈ ਇਹ ਉਸ ਪਰਮਾਤਮਾ ਵਿੱਚੋਂ ਹੈ